किताब विपरण की रीत तो सच दा मार्ग भाग तीजा। लेखक सरदार गुरबख्श सिंह काला अफगाना। पहले कांड दा तीजा भाग। नानकसरी डेराबाद मूर्ति पूजा दे उत्साह दा अड्डा। वाहिगुरू जी का खालसा वाहिगुरू जी की फतेह। नानकसर डेरे की मर्यादा अनुसार विधि वाला सुखमनी साहब का गुटका छापिया होया है। उस दे 11 सफ़े ते बाबा आनंद सिंह जी ने कलयुग की वार्तालाप इन्हां शब्दां विच लिखी है। रात नूं 1 वजे नितनेम कर रहे सी। अचानक अख खुली तां देखिया एक भयानक रूप विच कोई भूत खड़ा है। उस दे वड्डे वड्डे दंद हन, छोटे दरख्त जिड्डा आकार है, अखां इउं हन जिवें 2 दीवे जगदे हन। असां पुछया, भाई कौन है? अग्गों नहीं बोलिया। दूजी बार फिर पुछया, तीजी बार एक डंडा चलवा मारिया ते गरजवी आवाज़ नाल कहा, बोलदा क्यों नहीं? जदों डंडा लग्या तां बोलिया, मैं इस युग दा मालक कलयुग हाँ। अग्गों असीं कहा, घर बार पिंड शहर छड्ड के जंगल विच एकांत आ बैठे हाँ, तूं अजे भी साडा खਹਿੜਾ नहीं छड्डदा। कलयुग ने कहा, जी जिस दे राज विच कोई उल्टा काम करदा होवे उस नूं चैन नहीं आउंदी। इस कारण मैनूं दुख होया है। असीं कहा, भाई की तैनूं दुख लगा है ते असीं तैथों की उल्ट काम करदे हां। हुण कल्लू ने कहा, जी मैं प्रण कीता है कि अपने राज विच विषे विकारां दे पंगूड़े विच बिठा के सब नूं झूटे देने हन ते तुसीं जिथे भी रहिंदे हो उत्थों दा वातावरण ही ऐसा हो जांदा है, मेरे कानून विच कोई नहीं चलदा, भाव मेरे काबू विच कोई नहीं आउंदा। हुण बाबा जी ने उत्तर वजों कहा, कलयुग तेरे राज विच गुरु नानक दा पहरा है। 10 जामे प्रगट ते 74 जामे संत दे रूप विच सारे युग पहरा कायम रहना है। सो हुण गुरु नानक पातशाह दे हुक्म विच असीं इह ढंडोरा दे रहे हां। भाव हुण गुरु नानक दी जोत बाबा जी विच है ਅਤੇ 73 ਜਾਮੇ ਸੰਤ रूप ਵਿੱਚ ਹੋਰ ਹੋਣੇ ਹਨ। ਅਤੇ ਇਸ ਤਰ੍ਹਾਂ ਜਿੰਨਾ ਚਿਰ ਕਲਯੁਗ ਦੀ ਉਮਰ ਪੂਰੀ ਨਹੀਂ ਹੁੰਦੀ, ਗੁਰੂ ਨਾਨਕ ਦੇਵ ਜੀ ਦਾ ਹੀ ਪਹਿਰਾ ਰਹਿਣਾ ਹੈ। ਇਹ ਡੇਰੇਦਾਰ ਬਹੁਰੂਪੀਏ ਆਪਣੇ ਆਪ ਨੂੰ ਨਿਰਾ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਸਮਝ ਨਹੀਂ ਰਹੇ, ਸਗੋਂ ਐਸਾ ਹੋਣ ਦਾ ਲਿਖਤੀ ਪ੍ਰਚਾਰ ਕਰ ਰਹੇ ਹਨ। ਇਹ ਟੋਲਾ ਨਿਰੰਕਾਰੀਆਂ ਨਾਲੋਂ ਵੱਧ ਖਤਰਨਾਕ ਨਹੀਂ ਕਿ ਇਸ ਪਾਸੇ ਸ਼੍ਰੋਮਣੀ ਅਕਾਲੀ ਦਲ ਅਥਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਧਿਆਨ ਦੇਣ ਦਾ ਵੇਲ ਕਦੇ ਮਿਲ ਸਕੇਗਾ। ਵਿਚਾਰ ਅੱਗੇ ਤੋਰਨ ਤੋਂ ਪਹਿਲਾਂ ਇਸੇ ਗੁਟਕੇ ਵਿਚਲੀ ਉਹ ਦਲੀਲ ਵੀ ਪੜ੍ਹ ਲਈਏ ਜਿਸ ਦੇ ਆਧਾਰ 'ਤੇ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਦੀ ਪੂਜਾ ਆਰੰਭ ਕੀਤੀ ਗਈ ਸੀ। ਗੁਟਕੇ ਦੇ 52 ਸਫ਼ੇ ਤੋਂ ਇਹ ਸਮਝਾਇਆ ਜਾ ਰਿਹਾ ਹੈ ਕਿ ਜਿਸ ਦਾ ਧਿਆਨ ਧਰੀਏ ਉਸ ਦੇ ਗੁਣ ਆਪਣੇ ਅੰਦਰ ਆ ਜਾਂਦੇ ਹਨ, ਅਤੇ ਦਲੀਲ ਇਹ ਦਿੱਤੀ ਹੈ ਕਿ ਜੇ ਕੁੱਤਿਆਂ ਦੀ ਸੇਵਾ ਕਰਾਂਗੇ ਤਾਂ ਕੁੱਤਿਆਂ ਵਾਲੇ ਖਿਆਲਾਤ ਹੋ ਜਾਣਗੇ, ਅਤੇ ਜੇ ਕਲਗੀਧਰ ਜੀ ਦਾ ਧਿਆਨ ਧਰਾਂਗੇ ਤਾਂ ਡੌਲੇ ਫਰਕਣਗੇ। ਕਿਸੇ ਦੀ ਮੋਸ਼ੰਦਗੀ ਨਹੀਂ ਕਰਾਂਗੇ। ਜਿਸ ਖਾਲਸਾ ਪੰਥ ਨੇ ਆਪਣੇ ਨਾਲੋਂ ਅੱਡ ਹੋ ਚੁੱਕੇ ਕਿਸੇ ਅੱਡਰੀ ਧਾਰਨਾ ਵਾਲੇ ਡੇਰੇ ਦੇ ਪ੍ਰਚਾਰ ਵਿਰੁੱਧ ਰੋਸ ਕਰਦਿਆਂ ਕੀਮਤੀ ਜਾਨਾਂ ਵਾਰਨੀਆਂ ਆਰੰਭ ਕਰ ਦਿੱਤੀਆਂ ਸਨ ਕਿ ਉਸ ਪੰਥ ਦਾ ਜਥੇਦਾਰ ਪੰਥ ਦੇ ਅੰਦਰ ਧੱਸ ਕੇ ਅੰਦਰੇ ਅੰਦਰ ਘਾਤ ਕਰੀ ਜਾ ਰਹੇ ਅਜਿਹੇ ਬਹਿਰੂਪੀਏ ਅਤੇ ਖਤਰਨਾਕ ਦੁਸ਼ਮਣਾਂ ਵੱਲ ਵੀ ਕਦੇ ਆਪਣਾ ਧਿਆਨ ਮੋੜੇਗਾ। ਕੁੱਤਿਆਂ ਦੀ ਉਦਾਹਰਨ ਦੇ ਨਾਲ ਹੀ ਕਲਗੀਧਰ ਦਾ ਜ਼ਿਕਰ ਜੋੜਨ ਦਾ ਅਧਿਕਾਰੀ ਬਣੀ ਬੈਠਾ ਗੁਸਤਾਖ ਸਿਵਾਏ ਬਿੱਪਰ ਦੇ ਹੋਰ ਕੌਣ ਹੋ ਸਕਦਾ ਹੈ? ਅੱਗੇ 53 ਸਫ਼ੇ 'ਤੇ ਫਿਰ ਲਿਖਿਆ ਹੈ, ਸੋ ਇਸ ਆਧਾਰ 'ਤੇ ਬਾਬਾ ਜੀ ਨੇ ਫੋਟੋ ਤਿਆਰ ਕਰਵਾਈ ਹੈ ਔਰ ਗੁਰੂ ਨਾਨਕ ਦਾ ਧਿਆਨ ਧਰਨ ਨਾਲ ਗੁਰੂ ਨਾਨਕ ਵਾਲੇ ਗੁਣ ਪ੍ਰਾਪਤ ਹੁੰਦੇ ਹਨ। ਗੁਰਦੇਵ ਜੀ ਦੀ ਤਸਵੀਰ ਦੀ ਪੂਜਾ ਕਰਨ ਵਾਲੇ ਨਾਨਕਸਰੀਆਂ ਦਾ ਲਿਖਿਆ ਅਸਾਂ ਉੱਪਰ ਪੜ੍ਹ ਲਿਆ ਹੈ ਕਿ ਉਹ ਤਾਂ ਆਪਣੇ ਆਪ ਨੂੰ ਹੀ ਗੁਰੂ ਨਾਨਕ ਸਮਝਦੇ ਹਨ। ਕਲਯੁਗ। ਆਓ ਹੁਣ ਉਸ ਕਲਯੁਗ ਬਾਰੇ ਗੁਰਬਾਣੀ ਦਾ ਫਤਵਾ ਪੜ੍ਹ ਕੇ ਇਹ ਸਮਝ ਲਈਏ ਕਿ ਆਪਣੇ ਆਪ ਨੂੰ ਗੁਰੂ ਨਾਨਕ ਜੀ ਲਿਖਣ ਵਾਲੇ ਬਾਬਾ ਆਨੰਦ ਸਿੰਘ ਜੀ ਨੇ ਆਪਣੀ ਸਿੱਖੀ ਸੇਵਕੀ ਵਧਾਉਣ ਲਈ ਕਲਯੁਗ ਨਾਲ ਹੋਈ ਗੱਲਬਾਤ ਵਾਲਾ ਕਿਤੇ ਜਾਣ ਬੁੱਝ ਕੇ ਕੋਰਾ ਝੂਠ ਹੀ ਤਾਂ ਨਹੀਂ ਲਿਖ ਦਿੱਤਾ ਹੋਇਆ। ਪੁਸਤਕ ਦੇ ਪਹਿਲੇ ਭਾਗ ਵਿੱਚ
ਜਿਸ ਕਲਯੁਗ ਨਾਲ ਹੋਈ ਮੁਲਾਕਾਤ ਦਾ ਬਾਬਾ ਆਨੰਦ ਸਿੰਘ ਜ਼ਿਕਰ ਕਰਦਾ ਹੈ, ਉਸ ਬਾਰੇ ਗੁਰੂ ਨਾਨਕ ਦੇਵ ਜੀ ਦਾ ਆਪਣਾ ਫਰਮਾਨ ਵਿਚਾਰ ਲੈਂਦੇ ਹਾਂ। ਸੋਈ ਚੰਦ ਚੜ੍ਹੇ ਸਿਤਾਰੇ, ਸੋਈ ਦਿਨਿਅਰ ਤਪਤਰ ਹੈ, ਸਾ ਧਰਤੀ ਸੋ ਪੌਣ ਚੁਲਾਰੇ, ਜੋਗ ਜੀ ਖੇਲੇ ਥਾਮ ਕੈਸੇ, ਜੀਵਨ ਤਲਬ ਨਿਵਾਰ, ਹੋਵੇ ਪਰਵਾਣਾ ਕਰੇ ਤਿੰਗਾਣਾ, ਕਲ ਲਖਣ ਵਿਚਾਰ ਰਹਾਓ। ਕਿਤੇ ਦੇਸ ਨ ਆਇਆ ਸੁਣੀਏ, ਤੀਰਥ ਪਾਸ ਨ ਬੈਠਾ, ਦਾਤਾ ਦਾਨ ਕਰੇ ਤੈ ਨਾਹੀ, ਮਹਿਲ ਉਸਾਰ ਨ ਬੈਠਾ। ਪੰਨਾ 902। ਅਰਥ, ਹੇ ਪੰਡਤ, ਆਪਣੇ ਮਨ ਵਿੱਚੋਂ ਖੁਦਗਰਜ਼ੀ ਦੂਰ ਕਰ। ਇਹ ਖੁਦਗਰਜ਼ੀ ਕਲਯੁਗ ਹੈ। ਇਸ ਖੁਦਗਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉੱਤੇ ਧੱਕਾ ਕਰਦੇ ਹਨ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖੁਦਗਰਜ਼ੀ ਤੇ ਦੂਜਿਆਂ ਉੱਤੇ ਧੱਕਾ, ਹੇ ਬ੍ਰਾਹਮਣ, ਇਹਨਾਂ ਨੂੰ ਕਲਯੁਗ ਦੇ ਲੱਛਣ ਸਮਝ ਰਹਾਓ। ਜਿਸ ਅਸਲ ਕਲਯੁਗ ਦਾ ਜ਼ਿਕਰ ਅਸਾਂ ਕੀਤਾ ਹੈ, ਉਸ ਕਲਯੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿੱਚ ਖੇਡਾਂ ਖੇਡਦਾ ਹੈ। ਕਿਸੇ ਖਾਸ ਥਾਂ ਵਿੱਚ ਨਹੀਂ ਖੇਡ ਸਕਦਾ, ਕਿਉਂਕਿ ਸਤਯੁਗ, ਤ੍ਰੇਤਾ, ਦੁਆਪਰ ਆਦਿਕ ਸਾਰੇ ਹੀ ਸਮਿਆਂ ਵਿੱਚ ਉਹੀ ਚੰਦਰਮਾ ਚੜ੍ਹਦਾ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਹਵਾ ਝੁਲਦੀ ਆ ਰਹੀ ਹੈ। ਇਹ ਬ੍ਰਾਹਮਣ, ਅਜਿਹਾ ਕਿਸੇ ਦੈਂਤ ਜਾਂ ਭੂਤ ਜਿਸ ਦਾ ਨਾਮ ਕਲਯੁਗ ਹੋਵੇ ਦੇ ਬਾਰੇ ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਯੁਗ ਕਿਸੇ ਖਾਸ ਦੇਸ਼ ਵਿੱਚ ਆਇਆ ਹੋਇਆ ਹੈ, ਕਿਸੇ ਖਾਸ ਤੀਰਥ ਕੋਲ ਬੈਠਾ ਹੋਇਆ ਹੈ। ਜਿੱਥੇ ਕੋਈ ਦਾਨੀ ਦਾਨ ਕਰਦਾ ਹੈ, ਉੱਥੇ ਵੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ। ਕਿਸੇ ਖਾਸ ਥਾਂ ਕਲਯੁਗ ਮਹਲ ਉਸਾਰ ਕੇ ਨਹੀਂ ਬੈਠਾ ਰਿਹਾ। ਭਾਵ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਅਜਿਹੇ ਕਿਸੇ ਅਡਰੇ ਵਜੂਦ ਦੀ ਹੋਂਦ ਨੂੰ ਝੂਠ ਅਥਵਾ ਭਰਮ ਫਰਮਾਨ ਕੀਤਾ ਹੈ। ਗੁਰਬਾਣੀ ਦੇ ਇਸ ਪਾਵਨ ਸ਼ਬਦ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਕਲਯੁਗ ਨਾਮ ਵਾਲਾ ਨਾ ਕੋਈ ਦੈਂਤ ਹੈ, ਨਾ ਭੂਤ ਹੈ ਤੇ ਨਾ ਹੀ ਅਜਿਹੇ ਨਾਮ ਦੇ ਕਿਸੇ ਦੇਵਤੇ ਦੇ ਹੋਂਦ ਨੂੰ ਗੁਰਮਤ ਮੰਨਦੀ ਹੈ। ਸਮੇਂ ਨੂੰ ਦੈਂਤ ਜਾਂ ਦੇਵਤੇ ਦਾ ਨਾਂ ਦੇਣਾ ਕੇਵਲ ਬ੍ਰਾਹਮਣ ਦੇ ਹਿੱਸੇ ਦੀ ਕੁਟਲਤਾ ਹੈ। ਡੇਰਾਵਾਦ ਬ੍ਰਾਹਮਣਵਾਦ ਦਾ ਦੂਜਾ ਨਾਂ ਹੈ। ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਦੇ ਹੁੰਦਿਆਂ ਨਾਨਕਸਰੀਏ ਗੁਟਕੇ ਵਿੱਚ ਲਿਖੀ ਕਲਯੁਗ ਨਾਲ ਹੋਈ ਮੁਲਾਕਾਤ ਸਮੇਂ ਬਾਬੇ ਆਨੰਦ ਸਿੰਘ ਜੀ ਦੀ ਕਲਯੁਗ ਨਾਲ ਹੋਈ ਗੱਲਬਾਤ ਝੂਠੀ ਅਤੇ ਮਨ ਘੜਤ ਸਿੱਧ ਹੋ ਜਾਣ ਵਿੱਚ ਕੋਈ ਕਸਰ ਨਹੀਂ ਰਹਿ ਜਾਂਦੀ। ਕਦੇ ਸਮੇਂ ਨੂੰ ਵੀ ਦੈਂਤ ਜਾਂ ਮਨੁੱਖ ਦੇ ਰੂਪ ਵਿੱਚ ਕਿਸੇ ਨੇ ਵੇਖਿਆ ਹੈ? ਅਜਿਹੀਆਂ ਝੂਠੀਆਂ ਕਹਾਣੀਆਂ ਲਿਖ ਕੇ ਆਪਣੇ ਗੁਰੂ ਦੇ ਹੁਕਮਾਂ ਦੀ ਖੰਡਨਾ ਕਰਨ ਵਾਲਾ ਗੁਰੂ ਦਾ ਸਿੱਖ ਕਿਵੇਂ ਮੰਨਿਆ ਜਾ ਸਕਦਾ ਹੈ? ਬ੍ਰਾਹਮਣੀ ਮਰਜ਼ਾਦਾ ਨੂੰ, ਗੁਰੂ ਨਾਨਕ ਦੇ ਪੰਥ ਵਿੱਚ ਵਾੜਨ ਵਾਲੇ ਨੂੰ ਮਹਾਂਪੁਰਖ ਕਹਿਣਾ ਤਾਂ ਕਿਤੇ ਰਿਹਾ, ਉਸ ਨੂੰ ਗੁਰੂ ਦਾ ਸਿੱਖ ਕਹਿਣਾ ਵੀ ਸਿੱਖੀ ਦੀ ਹੱਤਕ ਹੈ। ਮਨੁੱਖ ਨੇ ਤਾਂ ਪੱਥਰਾਂ ਨੂੰ ਵੀ ਰੱਬ ਬਣਾ ਦਿੱਤਾ ਹੈ। ਕਿਸੇ ਮਨੁੱਖ ਨੂੰ ਮਹਾਂਪੁਰਖ ਬਣਾ ਦੇਣਾ ਜਾਂ ਕਿਸੇ ਸਾਧ ਬਾਣੇ ਵਾਲੇ ਨੂੰ ਗੁਰੂ ਨਾਨਕ ਦੀ ਜੋਤ ਬਣਾ ਦੇਣਾ ਚਤੁਰ ਚੇਲਿਆਂ ਲਈ ਕਿਹੜੀ ਅਨੋਖੀ ਗੱਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਅਡਰੇ ਡੇਰੇ ਸਾਜ ਕੇ ਗੱਦੀਆਂ ਚਲਾਉਣ ਵਾਲੇ ਭੇਖੀ ਸਾਧ ਸੰਤ ਗੁਰੂ ਦੇ ਸਿੱਖਾਂ ਨੂੰ ਕੇਂਦਰੀ ਮਰਜ਼ਾਦਾ ਨਾਲੋਂ ਤੋੜ ਕੇ ਪੰਥ ਵਿੱਚ ਪੱਕੀ ਧੜੇਬੰਦੀ ਵਾਲੀ ਘਾਤਕ ਫੁੱਟ ਦਾ ਬੀਜ ਪਾ ਰਹੇ ਹਨ। ਅਜਿਹੇ ਡੇਰੇਦਾਰਾਂ ਦੇ ਟੋਲੇ ਗੁਰੂ ਦੇ ਹੁਕਮ ਨਾਲੋਂ ਡੇਰੇਦਾਰ ਕਥਿਤ ਸਾਧਾਂ ਦੇ ਬਚਨਾਂ ਦੀ ਕਦਰ ਕੀਮਤ ਵਧਾ ਰਹੇ ਹਨ। ਇਸ ਤਰ੍ਹਾਂ ਗੁਰੂ ਦੀ ਮੱਤ ਤੋਂ ਅਵੇਸਲੇ ਹੋ ਜਾਣ ਦਾ ਸਿੱਧਾ ਅਰਥ ਸਿੱਖੀ ਦੀ ਮੌਤ ਹੈ। ਗੁਰਮਤ ਨੂੰ ਵਿਪਰੀ ਰੰਗਣ ਦੇ ਕੇ ਸਿੱਖਾਂ ਨੂੰ ਭੁਲੇਖੇ ਵਿੱਚ ਪਾ ਰਹੇ ਇਸ ਡੇਰੇਦਾਰ ਨੂੰ ਪੰਥ ਦਾ ਅੰਗ ਮੰਨਣਾ ਆਤਮ ਹੱਤਿਆ ਕਰ ਲੈਣ ਵਾਲੀ ਭੁੱਲ ਹੈ। ਨਿਰੰਕਾਰੀਏ, ਰਾਧਾ ਸੁਆਮੀਏ ਅਥਵਾ ਨਾਮਧਾਰੀਏ ਆਦਿ ਜਿਹੜੇ ਆਪ ਗੁਰੂ ਬਣੀ ਬੈਠੇ ਹਨ, ਉਹ ਵੀ ਨਿਰਸੰਦੇਹ ਸੰਖੀਆ ਹੀ ਹਨ। ਪਰ ਇਹ ਜ਼ਹਿਰ ਨੰਗਾ ਚਿੱਟਾ ਸਭ ਦੇ ਸਾਹਮਣੇ ਹੈ। ਦੂਰ ਰਹਿ ਕੇ ਇਸ ਜ਼ਹਿਰ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਜਿਸ ਨੇ ਵੀ ਉਹਨਾਂ ਦੇ ਡੇਰੇ ਜਾਣਾ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਉਹ ਮਨੁੱਖ ਗੁਰੂ ਅਥਵਾ ਮਨੁੱਖ ਰੱਬ ਕੋਲ ਚੱਲਿਆ। ਦਿਲ ਕਰਦਾ ਹੈ ਕਿ ਕੋਈ ਉਹਨਾਂ ਕੋਲ ਜਾਵੇ ਤੇ ਭਾਵੇਂ ਨਾ ਜਾਏ। ਦਿਲ ਕਰਦਾ ਹੈ ਉਹਨਾਂ ਦੀ ਗੱਲ ਸੁਣੇ ਤੇ ਭਾਵੇਂ ਨਾ ਸੁਣੇ। ਹਰ ਸਿੱਖ ਉਹਨਾਂ ਦੇ ਪ੍ਰਚਾਰ ਦੇ ਵਿਰੁੱਧ ਜੋ ਮਰਜ਼ੀ ਹੈ ਲਿਖ ਸਕਦਾ ਹੈ
ਅਥਵਾ ਬੋਲ ਕੇ ਉਹਨਾਂ ਦੇ ਪ੍ਰਚਾਰ ਦੀਆਂ ਖਾਮੀਆਂ ਲੋਕਾਂ ਨੂੰ ਦੱਸ ਸਕਦਾ ਹੈ। ਪਰ ਇਹ ਜੋ ਸੰਤ ਬਾਣੇ ਪਾ ਕੇ ਪੰਥ ਦਾ ਅੰਗ ਹੀ ਬਣੀ ਬੈਠੇ ਹਨ, ਜਿਨ੍ਹਾਂ ਨੇ ਸਿੱਖੀ ਪ੍ਰਚਾਰ ਦੇ ਭੁਲੇਖੇ ਵਾਲਾ ਜਾਲ ਵਿਛਾਇਆ ਹੋਇਆ ਹੈ, ਜਿਹੜੇ ਸਿੱਖਾਂ ਨੂੰ ਨਾਮ ਦੀ ਦਾਤ ਬਖਸ਼ਣਹਾਰੇ ਪੂਜਨੀਕ ਬਣੇ ਬੈਠੇ ਹਨ, ਸਾਰੇ ਦੇ ਸਾਰੇ ਇੱਕ ਅਜਿਹਾ ਕੱਚਾ ਪਾਰਾ ਅਥਵਾ ਹੌਲੀ ਹੌਲੀ ਅਸਰ ਕਰਨ ਵਾਲਾ ਘਾਤਕ ਜ਼ਹਿਰ ਸਲੋ ਪੁਆਇਜ਼ਨ ਹੈ, ਜੋ ਅਛੋਪਲੇ ਹੀ ਅੰਦਰੋਂ ਅੰਦਰ ਘਾਤ ਕਰੀ ਜਾਂਦੇ ਦਾ ਪਤਾ ਵੀ ਨਹੀਂ ਲੱਗ ਰਿਹਾ। ਉਹਨਾਂ ਦੀ ਗੱਲ ਨੂੰ ਗੁਰੂ ਦਾ ਅਸਲੀ ਹੁਕਮ ਸਮਝਿਆ ਜਾਂਦਾ ਹੈ। ਵੱਡਾ ਦੁੱਖ ਤਾਂ ਇਹ ਹੈ ਕਿ ਇਹਨਾਂ ਦੀ ਕਿਸੇ ਖਾਮੀ ਨੂੰ ਨੰਗਾ ਕਰਨਾ, ਕਿਸੇ ਤਕੜੀ ਮੁਸੀਬਤ ਨੂੰ ਆਵਾਜ਼ ਮਾਰਨਾ ਬਣ ਚੁੱਕਿਆ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਗੁਰੂ ਨਾਨਕ ਦੀ ਤਸਵੀਰ ਦੀ ਪੂਜਾ ਆਰੰਭ ਕਰਾਉਣ ਵਾਲੇ ਬਾਬਾ ਆਨੰਦ ਸਿੰਘ ਵਿੱਚ ਉਹ ਹੀ ਜੋਤ ਸੀ ਜੋ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਕਲਗੀਧਰ ਵਿੱਚ ਵਿਚਰਦੀ ਆਈ ਹੈ, ਅਤੇ ਜਿਹੜੇ ਸਿੱਖ ਬਾਬਾ ਆਨੰਦ ਸਿੰਘ ਦੇ ਉੱਤਰ ਅਧਿਕਾਰੀਆਂ ਵਿੱਚ ਵੀ ਉਹੀ ਜੋਤ ਵਿਚਰਦੀ ਮੰਨਣ ਦੇ ਭਰਮੀ ਹਨ, ਅਜਿਹੇ ਸਿੱਖ ਭਾਈ ਗੁਰਦਾਸ ਜੀ ਦੇ ਕਥਨ ਨੂੰ ਕੀ ਜਾਣਨ। ਗੁਰੂ ਸ਼ਬਦਾਂ ਦੇ ਗਲਤ ਅਰਥ ਕਰਕੇ ਗੁਰੂ ਦੇ ਹੁਕਮਾਂ ਦੀ ਅਸਲ ਭਾਵਨਾ ਵਿਗਾੜਨਾ ਗੁਰੂ ਦੀ ਘੋਰ ਨਿੰਦਿਆ ਕਰਨ ਤੁੱਲ ਹੈ। ਗੁਰੂ ਜੀ ਨੇ ਗੁਰੂ ਨਿੰਦਕਾਂ ਨੂੰ ਮਹਾਂਪਾਪੀ ਅਤੇ ਹਤਿਆਰੇ ਕਹਿ ਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਇਹਨਾਂ ਦੇ ਕਦੇ ਦਰਸ਼ਨ ਵੀ ਨਾ ਹੋਣ। ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜਿਉ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ। ਪੰਨਾ 651। ਪੰਚਮ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਉਹਨਾਂ ਨੇ ਸਾਰੇ ਦਾਰੂ ਵਰਤ ਕੇ ਦੇਖ ਲਏ ਹਨ, ਪਰ ਗੁਰੂ ਨਿੰਦਕ ਦਾ ਕੋਈ ਇਲਾਜ ਨਹੀਂ ਹੈ। ਅਵਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ। ਪੰਨਾ 315। ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪੰਥ ਦਾ ਆਗੂ ਜੇ ਨਾ ਜਾਗਿਆ ਤਾਂ ਫਿਰ ਬੀਤੇ ਸਮੇਂ ਨੇ ਹੱਥ ਕਦੇ ਨਹੀਂ ਆਉਣਾ। ਗੁਰਬਾਣੀ ਸ਼ਬਦਾਂ ਦੀ ਵਿਚਾਰ ਇਕਾਗਰਤਾ ਨਾਲ ਕਰਕੇ ਮੂਰਤ ਸ਼ਬਦ ਦੇ ਗਿਆਨ ਦੇ ਹਰ ਪੱਖ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰਬਾਣੀ ਨੇ ਮਨੁੱਖ ਨੂੰ ਉਸ ਦੇ ਆਪਣੇ ਅਰਥਾਂ ਵਾਲੀ ਮੂਰਤ ਨੂੰ ਵਰਤ ਕੇ ਵੀ ਇਹੀ ਸਮਝਾਇਆ ਹੈ ਕਿ ਜਿਹੜਾ ਪਰਮਾਤਮਾ ਸਾਰੀ ਖਲਕਤ ਵਿੱਚ ਹੈ, ਉਹ ਸਾਰੇ ਦਾ ਸਾਰਾ ਕੇਵਲ ਤੁਹਾਡੀ ਬਣਾਈ ਕ੍ਰਿਸ਼ਨ ਮੂਰਤੀ ਵਿੱਚ ਹੀ ਕਿਵੇਂ ਸਮਾ ਸਕਦਾ ਹੈ। ਉਸ ਦੇ ਦਰਸ਼ਨ ਹਰ ਇੱਕ ਜੀਵ ਵਿੱਚ ਕਰ ਸਕਣ ਵਾਲੀਆਂ ਬਿਆਨ ਅੱਖਾਂ ਦੀ ਲੋੜ ਹੈ। ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਡੇ ਸੰਦੋ ਮਾਪਿਰੀ। ਪੰਨਾ 577। ਸਹਸ ਮੂਰਤ ਨਨਾ ਏਕ ਤੋਹੀ। ਸੋਇਲਾ। ਹਜ਼ਾਰਾਂ ਸਰੀਰਾਂ ਵਿੱਚ ਵਿਆਪਕ ਹੋਣ 'ਤੇ ਵੀ ਜੋ ਨਿਰ ਆਕਾਰ ਹੈ, ਉਸ ਅਗੰਮ ਅਥਾਹ ਅਗੋਚਰ ਸ਼ਿਆਮ ਸੁੰਦਰ ਨੂੰ ਕੇਵਲ ਆਪਣੇ ਹੱਥੀਂ ਬਣਾਈ ਮੂਰਤ ਵਿੱਚ ਹੀ ਨਾ ਲਿਆ ਵਾੜੋ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਏ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਪੰਨਾ 727। ਅਰਥ, ਬੇਸਮਝ ਲੋਕ ਅਨਮਤਾਂ ਦੇ ਧਰਮ ਗ੍ਰੰਥਾਂ ਬਾਰੇ ਇਹ ਪੜ੍ਹ ਪੜ੍ਹ ਕੇ ਇਹਨਾਂ ਵਿੱਚ ਜੋ ਲਿਖਿਆ ਹੈ ਝੂਠ ਹੈ, ਖੁਸ਼ ਹੋ ਕੇ ਬਹਿਸ ਕਰਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਵਿੱਚ ਵੀ ਵੱਸਦਾ ਹੈ। ਨਾ ਉਹ ਵੱਖਰਾ ਸਤਵੇਂ ਅਸਮਾਨ 'ਤੇ ਬੈਠਾ ਹੈ ਤੇ ਨਾ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੀ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 3। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 3 ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।